खालसे का कौमी त्यौहार होला महला खालसा की जन्म भूमि श्री आनंदपुर साहब दे विच जिथे इस त्यौहार के जाहो जलाल देखने वाले होंगे ने उत्थे ही गुरु साहब की चरण छो प्राप्त धरती है गुरुद्वारा दमदमा साहब दिल्ली, जिथे दिल्ली सिख गुरुद्वारा प्रबंधक कमेटी हर साल की तरह इस साल भी कौमी त्यौहार खालसे का होला महला बड़े ही जाहो जलाल दे नाल मना रही है। तुसी एक बार देखो, तुसी नज़र पाओ तो तुहानूं जिथे भी तुसी नज़र पाओगे तुहानूं संगतां दा ठाठा मारदा होया हजूम ही नज़र आएगा। ना सिर्फ दिल्ली दे नेड़े तेड़े दियां बाहरों दूरों दूरों दियां संगतां इत्थे आंदियां ने, इस गुरुद्वारा साहब दे दर्शन करदियां ने, इत्थे नतमस्तक हुंदियां ने, जिथे रागी ਸਿੰਘਾਂ ਵੱਲੋਂ कीर्तन के राही संगतां नूं निहाल किया जाता है। उत्थे ही गुरु ਦੀਆਂ लाडलियां फौजां निहंग ਸਿੰਘਾਂ ਵੱਲੋਂ जंगजू करतब दिखाए जाते हैं और संगतां नूं उस वेले की याद दवाई जाती है जिस वेले धन धन श्री गुरु गोबिंद सिंह जी महाराज अपने सिपाहियों के नाल इस त्यौहार को मनाते सन, अपने योद्धियों के नाल इस त्यौहार को मनाते सन। सो थानू भी अज असीं दिखावांगे इस प्रोग्राम दे विच कि किवें दिल्ली सिख गुरुद्वारा प्रबंधक कमेटी वालों होले महल्ले का पवित्र त्यौहार बड़ी ही शान शौकत के नाल शरधा भावना के नाल मनाया गया। आओ तुहानू दर्शन कराने आ गुरुद्वारा दमदमा साहब। सगले रोती हरया होए सगले सद बसंत गुर मिले देव, सद बसंत गुर मिले देव, सद बसंत गुर मिले देव, सद बसंत गुर मिले देव। आज हमारे ग्रह, आज हमारे ग्रह बिरख जम्यो है पार जात, बिरख जम्यो है पार जात, बिरख जम्यो है पार, फूल लगे फल रतन पात, फूल लगे फल रतन पात, त्रिपत अघाने हर गुण गाए, त्रिपत अघाने हर गुण गाए, त्रिपत अघाने जन नानक हर 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 त्याए, जन नानक हर 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 त्याए, जन नानक हर 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 त्याए। भई सगले जुग अंतर गुर नानक की बड़ाई, आनंद गुण निधान गुरु गरीब निवाज, गरीब निवाज, गरीब निवाज। आज हमारे ग्रह बसंत, आज हमारे ग्रह बसंत, आज हमारे आज हमारे ग्रह बसंत, आज हमारे ग्रह गुण गाए प्रभ तुम बेअंत, गुण गाए प्रभ तुम बेअंत, गुण गाए प्रभ तुम बेअंत। गुण गाए प्रभ तुम बेअंत, आज हमारे ग्रह, आज हमारे ग्रह बसंत।
गुर सेवो कर नमस्कार। गुर सेवो कर नमस्कार, गुर सेवो कर। ਸਿੱਖਾਂ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਗੁਰਦੁਆਰਾ ਦਮਦਮਾ ਸਾਹਿਬ ਦੇ ਵਿੱਚ ਮਨਾਇਆ ਜਾ ਰਿਹਾ ਹੈ। ਜਿਸ ਤਰ੍ਹਾਂ ਮੈਂ ਪਹਿਲੇ ਦੱਸ ਚੁੱਕਾ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਆ ਰਹੀ ਹੈ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈ ਹੋਈ ਸੰਗਤ ਦਾ ਹਰ ਤਰ੍ਹਾਂ ਦਾ ਖਿਆਲ ਰੱਖਿਆ ਜਾ ਰਿਹਾ। ਖਾਸ ਤੌਰ ਤੇ ਲੰਗਰਾਂ ਦੇ ਜੇ ਪ੍ਰਬੰਧ ਦੀ ਗੱਲ ਕੀਤੀ ਜਾਵੇ, ਅਸੀਂ ਲੰਗਰਾਂ ਦਾ ਪ੍ਰਬੰਧ ਦੇਖਣ ਦੀ ਇੱਥੇ ਆਏ ਹਾਂ ਔਰ ਕਿੰਨੀ ਕੁ ਵੱਡੀ ਤਾਦਾਦ ਦੇ ਵਿੱਚ, ਕਿੰਨੀ ਕੁ ਵੱਡੀ ਗਿਣਤੀ ਦੇ ਵਿੱਚ ਇੱਥੇ ਲੰਗਰ ਬਣ ਰਹੇ ਨੇ। ਜੇਕਰ ਤੁਸੀਂ ਪਿੱਛੇ ਦੇਖੋ ਤਾਂ ਤੁਹਾਨੂੰ ਦੂਰ ਦੂਰ ਤੱਕ ਮਾਈਆਂ ਨਜ਼ਰ ਆਉਣਗੀਆਂ ਜਿਹੜੇ ਪ੍ਰਸ਼ਾਦੇ ਪਕਾ ਰਹੀਆਂ ਨੇ ਔਰ ਹਰ ਤਰ੍ਹਾਂ ਦਾ ਪ੍ਰਬੰਧ ਇੱਥੇ ਕੀਤਾ ਗਿਆ, ਭਾਵੇਂ ਉਹ ਦਾਲੇ ਦਾ ਲੰਗਰ ਹੋਵੇ, ਭਾਵੇਂ ਉਹ ਪ੍ਰਸ਼ਾਦਿਆਂ ਦਾ ਲੰਗਰ ਹੋਵੇ, ਹਰ ਤਰ੍ਹਾਂ ਦੀ ਤਿਆਰੀ ਹੈ ਜਿਹੜੀ ਉਹ ਕੀਤੀ ਗਈ ਆ। ਆਓ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਜਿੱਥੇ ਵੱਡੇ ਵੱਡੇ ਡੋਲਚਿਆਂ ਦੇ ਵਿੱਚ ਲੰਗਰ ਬਣ ਰਿਹਾ। ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਜਿਹਾ ਅੱਗੇ ਜਾ ਕੇ ਉਹ ਤੁਹਾਨੂੰ ਦਿਖਾਣਗੇ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਲੰਗਰ ਤਿਆਰ ਹੁੰਦਾ। ਇਹ ਦਾਲ ਤਿਆਰ ਹੋ ਰਹੀ ਹੈ ਔਰ ਸੰਗਤਾਂ ਦੇ ਲਈ ਜਿਹੜੀਆਂ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਉਹਨਾਂ ਦੇ ਖਾਸ ਤੌਰ ਤੇ ਲੰਗਰਾਂ ਦਾ ਪ੍ਰਬੰਧ ਹੈ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਹੈ ਔਰ ਵੱਡੇ ਵੱਡੇ ਕੜਾਇਆਂ ਦੇ ਵਿੱਚ ਤੁਸੀਂ ਦੇਖੋਗੇ ਰਸਦ ਪੱਕ ਰਹੀ ਹੈ ਔਰ ਦੂਰ ਦਰਾਡੇ ਤੋਂ ਜਿਹੜੇ ਲੋਕ ਆਉਂਦੇ ਨੇ ਉਹਨਾਂ ਦੇ ਲਈ ਇਹ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ। ਔਰ ਸਿੰਘ ਸਾਹਿਬ ਇਹ ਕੀ ਬਣ ਰਿਹਾ ਜੀ? ਇਹ ਕੀ ਚੀਜ਼? ਦਾਲ ਬਣ ਰਹੀ ਹੈ। ਇਹ ਦਾਲ ਬਣ ਰਹੀ ਔਰ ਕਿੰਨੇ ਕੁ ਡੋਲਚੇ ਤਕਰੀਬਨ ਲੱਗ ਚੁੱਕੇ ਹੁਣ ਤੱਕ? ਲਗਭਗ 10-15 ਲੱਖ ਚੁੱਕੇ ਨੇ। ਅੱਛਾ, ਸੋ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆਈ ਹੈ ਉਹਨੂੰ ਦਾਲ ਛਕਾਉਣ ਦੇ ਲਈ, ਪ੍ਰਸ਼ਾਦੇ ਬਣਾਉਣ ਦੇ ਲਈ ਤੁਸੀਂ ਦੇਖਿਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਲੋਕ ਆਏ ਹੋਏ ਨੇ, ਸੰਗਤ ਆਈ ਹੋਈ ਹੈ। ਨਾ ਸਿਰਫ ਕਾਰੀਗਰ ਬਲਕਿ ਸੰਗਤ ਜਿਹੜੀ ਹੈ ਉਹ ਖੁਦ ਵੀ ਇੱਥੇ ਆ ਕੇ ਸੇਵਾ ਕਰਦੀ ਹੈ, ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰਦੀ ਹੈ। ਤੁਸੀਂ ਦੇਖ ਪਾ ਰਹੇ ਹੋ ਪ੍ਰਸ਼ਾਦੇ ਬਣ ਰਹੇ ਨੇ ਕਿਉਂਕਿ ਜਿੰਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਆਉਂਦੀ ਹੈ ਸ਼ਾਇਦ ਉਨੀ ਵੱਡੀ ਗਿਣਤੀ ਦੇ ਵਿੱਚ ਲੰਗਰ ਕਾਰੀਗਰਾਂ ਦੇ ਵੱਸ ਦੇ ਇਕੱਲੇ ਨਹੀਂ ਹੁੰਦਾ। ਇਸ ਲਈ ਜਿਹੜੀ ਸੰਗਤ ਆਉਂਦੀ ਹੈ ਉਹ ਖੁਦ ਵੀ ਸੇਵਾ ਕਰਦੀ ਹੈ ਔਰ ਤੁਸੀਂ ਦੇਖ ਰਹੇ ਹੋ ਇਹ ਉਹਨਾਂ ਨੇ ਦੱਸਿਆ ਕਿ ਸਵੇਰ ਤੋਂ ਹੀ ਇਹ ਸੇਵਾ ਚੱਲ ਰਹੀ ਹੈ, ਭਾਵੇਂ ਉਹ ਪ੍ਰਸ਼ਾਦਿਆਂ ਦੀ ਸੇਵਾ ਹੋਵੇ, ਭਾਵੇਂ ਉਹ ਲੰਗਰ ਦੀ ਸੇਵਾ ਹੋਵੇ, ਭਾਵੇਂ ਉਹ ਦਾਲ ਪਕਾਉਣ ਦੀ ਸੇਵਾ ਹੋਵੇ, ਹਰ ਤਰ੍ਹਾਂ ਦੀ ਸੇਵਾ ਦੇ ਵਿੱਚ ਸੰਗਤ ਹੈ ਜਿਹੜੀ ਵੱਧ ਚੜ ਕੇ ਆਪਣਾ ਹਿੱਸਾ ਪਾ ਰਹੀ ਹੈ। ਜੇਕਰ ਦੂਰ ਤੁਸੀਂ ਦੇਖੋ ਤਾਂ ਉੱਥੇ ਤੁਹਾਨੂੰ ਤੰਦੂਰੀ ਪ੍ਰਸ਼ਾਦੇ ਵੀ ਨਜ਼ਰ ਆਣਗੇ। ਇੱਕ ਪਾਸੇ ਤਵੇ ਦੇ ਪ੍ਰਸ਼ਾਦੇ ਬਣ ਰਹੇ ਨੇ, ਦੂਜੇ ਪਾਸੇ ਤੰਦੂਰ ਵੀ ਲੱਗੇ ਹੋਏ ਨੇ, ਉੱਥੇ ਤੰਦੂਰੀ ਪ੍ਰਸ਼ਾਦੇ ਵੀ ਪਕਾਏ ਜਾ ਰਹੇ ਨੇ ਔਰ ਹਰ ਇੱਕ ਨੇ ਆਪਣੀ ਆਪਣੀ ਡਿਊਟੀ ਲਈ ਹੋਈ ਹੈ। ਜੇਕਰ ਤੁਸੀਂ ਪਿੱਛੇ ਨਜ਼ਰ ਪਾਓ ਤਾਂ ਤੁਹਾਨੂੰ ਸਬਜ਼ੀਆਂ ਜਿਹੜੀਆਂ ਨੇ ਉਹ ਨਜ਼ਰ ਆਣਗੀਆਂ। ਇੱਧਰਲੇ ਪਾਸੇ ਪਨੀਰ ਜਿਹੜਾ ਉਹ ਪਨੀਰ ਕੱਟ ਕੇ ਸੰਗਤਾਂ ਦੇ ਲਈ ਤਿਆਰ ਕੀਤਾ ਜਾ ਰਿਹਾ ਤਾਂ ਜੋ ਜਿਹੜੀ ਸੰਗਤ ਦੂਰੋਂ ਦੂਰੋਂ ਆਉਂਦੀ ਹੈ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਤਕਲੀਫ ਨਾ ਹੋਵੇ। ਖਾਸ ਤੌਰ ਤੇ ਲੰਗਰ ਜਿਹੜਾ ਪਕਾਉਣ ਦੀ ਜਿਹੜੀ ਕਲਾ ਹੈਗੀ ਹੈ, ਮੈਂ ਕਹਾਂਗਾ ਕਿ ਉਹ ਸਿੱਖ ਕੌਮ ਨੂੰ ਜੱਦੀ ਕਲਾ ਮਿਲੀ ਹੋਈ ਹੈ ਔਰ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੀ ਸੰਗਤ ਹੈ ਉਹ ਪਹੁੰਚੀ ਹੋਈ ਹੈ, ਨਾ ਸਿਰਫ ਦਰਸ਼ਨ ਮੇਲੇ ਕਰਨ ਦੇ ਲਈ ਬਲਕਿ ਜਿਹੜੀ ਸੰਗਤ ਆਈ ਹੈ ਉਹਨਾਂ ਦੀ ਸੇਵਾ ਦੇ ਲਈ ਵੀ ਇੱਥੇ ਆਈ ਹੋਈ ਹੈ। ਤੁਸੀਂ ਦੂਰ ਦੂਰ ਤੱਕ ਜੇਕਰ ਤੁਸੀਂ ਨਜ਼ਰ ਪਾਓ ਤਾਂ ਤੁਹਾਨੂੰ ਸਿਰਫ ਸੰਗਤ ਹੀ ਨਜ਼ਰ ਆਏਗੀ ਜਿਹੜੀ ਲੰਗਰ ਪਕਾ ਵੀ ਰਹੀ ਹੈ ਔਰ ਲੰਗਰ ਛਕਾ ਵੀ ਰਹੀ ਹੈ। ਸੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਚੱਜੇ ਪ੍ਰਬੰਧ ਕੀਤੇ ਗਏ ਨੇ ਜਿੱਥੇ ਆਈ ਹੋਈ ਸੰਗਤ ਦੇ ਲੰਗਰ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਸਾਡੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਮੌਜੂਦ ਨੇ, ਇਹਨਾਂ ਨਾਲ ਗੱਲ ਕਰਦੇ ਹਾਂ। ਸਰ, ਸਭ ਤੋਂ ਪਹਿਲਾਂ ਦੱਸੋ ਜੀ ਕਿੰਨੀ ਕੁ ਸੰਗਤ ਆਉਣ ਦੀ ਉਮੀਦ ਆ ਔਰ ਕਿਸ ਤਰ੍ਹਾਂ ਦੇ ਪ੍ਰਬੰਧ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਨੇ? ਸਾਡੇ ਹਰ ਸਾਲ ਇੱਥੇ 1 ਲੱਖ ਤੋਂ ਜ਼ਿਆਦਾ ਸੰਗਤ ਆਉਂਦੀ ਹੈ ਪਰ ਆਈ ਚਲਾਈ ਰਹਿੰਦੀ ਹੈ। ਜਿਹੜੇ ਸਵੇਰੇ ਆਉਂਦੇ ਦੁਪਹਿਰ ਨੂੰ ਚਲੇ ਜਾਂਦੇ, ਦੁਪਹਿਰ ਆਉਂਦੇ ਦੁਪਹਿਰੋਂ ਬਾਅਦ ਚਲੇ ਜਾਂਦੇ ਪਰ ਟਰਮੈਂਡਸ ਬਹੁਤ ਸੰਗਤ ਆਉਂਦੀ ਹੈ ਔਰ ਧੰਨਵਾਦ ਹੈ ਸੰਗਤਾਂ ਦਾ ਜਿਹੜਾ ਕਿ ਇਹਨਾਂ ਸਹਿਯੋਗ ਬਖਸ਼ਦੇ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਖਾਸ ਤੌਰ ਤੇ ਲੰਗਰ ਦਾ ਪ੍ਰਬੰਧ ਦੀ ਜੇ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦੇ ਪ੍ਰਬੰਧ ਕਮੇਟੀ ਵੱਲੋਂ ਕੀਤੇ ਗਏ ਨੇ? ਇਹ ਕੱਲ ਰਾਤ ਤੋਂ ਹੀ ਸਾਰੀਆਂ ਸੰਗਤਾਂ ਇੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਫ ਤੇ ਆਉਂਦਾ ਹੀ ਆਉਂਦਾ, ਨਾਲ ਹੋਰ ਵੀ ਸੰਗਤਾਂ ਅਲੱਗ-ਅਲੱਗ ਕਲੋਨੀਆਂ ਤੋਂ ਰਾਤ ਨੂੰ ਹੀ ਇੱਥੇ ਪਹੁੰਚ ਜਾਂਦੀਆਂ ਔਰ ਬੇਅੰਤ ਲੰਗਰ ਹੈ, ਥਾਂ ਥਾਂ ਤੇ ਲੰਗਰ ਲੋਕਾਂ ਵੀ ਲਗਾਇਆ ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿਉਂਕਿ ਜ਼ਿੰਮੇਵਾਰੀ ਹੈ ਇਸ ਕਰਕੇ ਬਹੁਤ ਚਾਅ ਦੇ ਨਾਲ ਤਿਆਰੀ ਕਰਦੇ ਹਾਂ ਅਸੀਂ। ਇਸ ਗੁਰਦੁਆਰੇ ਦੀ ਇਤਿਹਾਸਿਕ ਮਹੱਤਤਾ ਨੂੰ ਵੇਖਦਿਆਂ ਹੋਇਆਂ ਮੈਂ ਇਹ ਜਾਣਨਾ ਚਾਹੁੰਦਾ ਕਿ ਸਿਰਫ ਦਿੱਲੀ ਦੀ ਸੰਗਤ ਆਉਂਦੀ ਹੈ ਜਾਂ ਨੇੜੇ ਤੇੜੇ ਦੇ ਇਲਾਕਿਆਂ ਤੋਂ ਵੀ ਸੰਗਤ ਆਉਂਦੀ ਹੈ ਔਰ ਹੋਲੇ ਮਹੱਲੇ ਦੀ ਇੱਥੇ ਕੀ ਖਾਸ ਮਹੱਤਤਾ? ਬਿਲਕੁਲ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਕਿ ਜਿਸ ਤਰ੍ਹਾਂ ਅਨੰਦਪੁਰ ਸਾਹਿਬ ਪੂਰੀ ਦੁਨੀਆ ਤੋਂ ਸੰਗਤ ਪਹੁੰਚਦੀ ਹੈ ਇਸੇ ਤਰ੍ਹਾਂ ਹੀ ਦਿੱਲੀ ਦੀ ਇੱਕ ਇਤਿਹਾਸਕ ਜਗ੍ਹਾ ਹੈ ਹੀ ਹੈ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਪਏ ਔਰ ਇੱਥੇ ਬਹਾਦਰ ਸ਼ਾਹ ਦੇ ਹਾਥੀ ਨੂੰ ਆਪਣੇ ਝੋਟੇ ਦੇ ਨਾਲ ਲੜਾ ਕੇ ਹਾਥੀ ਨੂੰ ਮਾਤ ਦਿੱਤੀ। ਇਸ ਕਰਕੇ ਨੇੜੇ ਦੇ ਜਿੰਨੇ ਇਲਾਕੇ ਨੇ ਜਿਵੇਂ ਫਰੀਦਾਬਾਦ ਹੈ, ਬਲਬਗੜ੍ਹ ਹੈ, ਸੋਨੀਪਤ, ਪਾਣੀਪਤ, ਬਹੁਤ ਯੂਪੀ ਤੋਂ ਮੇਰਠ ਤੋਂ ਸੰਗਤਾਂ
ਬਹੁਤ ਜੁੜਦੀਆਂ ਨੇ। ਬਹੁਤ ਧੰਨਵਾਦ ਹੈ, ਬਹੁਤ ਧੰਨਵਾਦ ਹੈ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਇੱਕ ਇਤਿਹਾਸਿਕ ਸਥਾਨ ਹੈ ਜਿੱਥੇ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਹ ਧਰਤੀ ਹੈ ਔਰ ਦੂਰੋਂ ਦੂਰੋਂ ਸੰਗਤਾਂ ਇਸ ਦਿਹਾੜੇ ਤੇ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ। ਹੋਲੇ ਮਹੱਲੇ ਦਾ ਪਵਿੱਤਰ ਤਿਉਹਾਰ ਹੋਵੇ ਤੇ ਗੁਰੂ ਕੀ ਲਾਡਲੀਆਂ ਫੌਜਾਂ ਦੇ ਜੰਗਜੂ ਕਰਤੱਵ ਨਾ ਹੋਣ, ਇਹ ਸ਼ਾਇਦ ਹੋ ਨਹੀਂ ਸਕਦਾ, ਕਿਉਂਕਿ ਇਹਨਾਂ ਕਰਤੱਵਾਂ ਤੋਂ ਬਿਨਾਂ ਹੋਲੇ ਮਹੱਲੇ ਦੀ ਪਵਿੱਤਰ ਰੌਣਕ ਹੈ ਜਿਹੜੀ ਉਹ ਅਧੂਰੀ ਜਿਹੀ ਜਾਪਦੀ ਆ। ਆਓ ਤੁਹਾਨੂੰ ਦਿਖਾਣੇ ਆ ਜੰਗਜੂ ਕਰਤੱਵ, ਜੰਗੀ ਕਰਤੱਵ, ਗੱਤਕੇ ਦੇ ਕਰਤੱਵ। ਚਾਰੋਂ ਪਾਸੇ ਨਜ਼ਰ ਮਾਰੋ ਕਿ ਇਹਦਾ ਮਤਲਬ ਹੈ ਕਿ ਜਿਵੇਂ ਨਵੇਂ ਸਾਲ ਦੇ ਉੱਤੇ ਬੱਚੇ ਕਲੱਬਾਂ 'ਚ ਜਾਂਦੇ ਸੀ, ਪਾਰਟੀਆਂ ਕਰਦੇ ਸੀ, ਅੱਜ ਗੁਰਦੁਆਰਿਆਂ 'ਚ ਥਾਂ ਨਹੀਂ ਮਿਲਦੀ ਪਈ। ਹੋਲੇ ਮਹੱਲੇ ਤੇ ਨਿੱਕੇ ਨਿੱਕੇ ਬੱਚੇ ਆ ਰਹੇ। ਦਸਮ ਪਿਤਾ ਦਾ ਆਸ਼ੀਰਵਾਦ ਹੈ, ਕੌਮ ਚੜ੍ਹਦੀ ਕਲਾ 'ਚ ਜਾ ਰਹੀ ਹੈ। ਅਸੀਂ ਅਰਦਾਸ ਕਰੀਏ ਕਿ ਹੋਰ ਤਗੜੇ ਹੋਈਏ। ਅਸੀਂ ਇਹਨਾਂ ਸਮਾਗਮਾਂ ਦੀ ਸੁਚੱਜੀ ਵਿਉਂਤਬੰਦੀ ਬਹੁਤ ਵਧੀਆ ਰਹੀ ਹੈ, ਕਿਉਂਕਿ ਇਦਾਂ ਲੱਗਦਾ ਅਸੀਂ ਦਿੱਲੀ ਦੇ ਵਿੱਚ ਨਹੀਂ ਅਨੰਦਪੁਰ ਸਾਹਿਬ ਦੇ ਵਿੱਚ ਖੜੇ ਆ। ਇਹਦਾ ਸ਼੍ਰੇਅ ਕਿਸ ਨੂੰ ਹੈ? ਮੈਂ ਸਮਝਦਾ ਕਿ ਦਿੱਲੀ ਦੀ ਸੰਗਤ ਨੂੰ ਮੈਂ ਸ਼੍ਰੇਅ ਦੇਣਾ ਚਾਹਾਂਗਾ। ਉਹ ਰੁਝਾਨ ਦਿਖਾਉਂਦੇ ਨੇ, ਉਹ ਸਾਨੂੰ ਤਜਵੀਜ਼ਾਂ ਦਿੰਦੇ ਨੇ, ਉਹ ਸਾਨੂੰ ਸਲਾਹਾਂ ਦਿੰਦੇ ਨੇ। ਅਸੀਂ ਸਿਰਫ ਉਹ ਇੰਪਲੀਮੈਂਟ ਕਰਦੇ ਹਾਂ, ਸੰਗਤ ਆਪੇ ਹੀ ਆ ਜਾਂਦੀ। ਗਰੀਬ ਦੀ ਹੈ ਸਦਾ ਰੱਖਿਆ ਵੀ ਕਰਦਾ ਹੈ ਖਾਲਸਾ, ਮੈਰੀਆਂ ਤੋਂ ਤੱਕ ਆ ਕੇ ਹੱਥ ਹਥਿਆਰ ਫੜਦਾ ਹੈ ਖਾਲਸਾ। ਤੇ ਗਰੀਬ ਦੀ ਹੈ ਸਦਾ ਰੱਖਿਆ ਵੀ ਕਰਦਾ ਹੈ ਖਾਲਸਾ, ਮੈਰੀਆਂ ਤੋਂ ਤੱਕ ਆ ਕੇ ਹੱਥ ਹਥਿਆਰ ਫੜਦਾ ਹੈ ਖਾਲਸਾ। ਪਹਿਲਾਂ ਕੋਈ ਸਿੰਘ ਪੱਕੇ ਨੇ ਅਸੂਲ ਦੇ ਹੀ ਰਹਿਣਗੇ। ਖਾਲਸੇ ਦੇ ਝੰਡੇ ਸਦਾ ਰਹੇ ਝੂਲਦੇ ਤੇ ਝੂਲਦੇ ਹੀ ਰਹਿਣਗੇ। ਖਾਲਸੇ ਦੇ ਝੰਡੇ ਸਦਾ ਰਹੇ ਝੂਲਦੇ ਤੇ ਝੂਲਦੇ ਹੀ ਰਹਿਣਗੇ। ਤੇ ਸਾਰਾ ਪਰਿਵਾਰ ਖਾਲਸਾ ਬਚਾਇਆ ਪਿਤਾ ਬਾਜਾ ਵਾਲੇ ਨੇ, ਖੰਡੇ ਦੀਆਂ ਧਾਰਾਂ ਉੱਤੇ ਨੱਚਣਾ ਸਿਖਾਇਆ ਪਿਤਾ ਬਾਜਾ ਵਾਲੇ ਨੇ। ਸਿੱਖੀ ਜਿਹੜੀ ਸਿੰਘ ਮੌਤ ਨੂੰ ਕਬੂਲਦੇ ਹੀ ਰਹਿਣਗੇ। ਖਾਲਸੇ ਦੇ ਝੰਡੇ ਸਦਾ ਰਹੇ ਝੂਲਦੇ ਤੇ ਝੂਲਦੇ ਹੀ ਰਹਿਣਗੇ। ਖਾਲਸੇ ਦੇ ਝੰਡੇ ਸਦਾ ਰਹੇ ਝੂਲਦੇ ਤੇ ਝੂਲਦੇ ਹੀ ਰਹਿਣਗੇ। ਪਿਤਾ ਬਾਜਾ ਵਾਲੇ ਨੇ, ਖੰਡੇ ਦੀਆਂ ਧਾਰਾਂ ਉੱਤੇ ਨੱਚਣਾ ਸਿਖਾਇਆ ਪਿਤਾ ਬਾਜਾ ਵਾਲੇ ਨੇ। ਸਿੱਖੀ ਜਿਹੜੀ ਸਿੰਘ ਮੌਤ ਨੂੰ ਕਬੂਲਦੇ ਹੀ ਰਹਿਣਗੇ। ਖਾਲਸੇ ਦੇ ਝੰਡੇ ਸਦਾ ਰਹੇ ਝੂਲਦੇ ਤੇ ਝੂਲਦੇ ਹੀ ਰਹਿਣਗੇ। ਖਾਲਸੇ ਦੇ ਝੰਡੇ ਸਦਾ ਰਹੇ ਝੂਲਦੇ ਤੇ ਝੂਲਦੇ ਹੀ ਰਹਿਣਗੇ। ਖਾਲਸਾ ਬਚਾਇਆ ਪਿਤਾ ਬਾਜਾ ਵਾਲੇ ਨੇ, ਖੰਡੇ ਦੀਆਂ ਧਾਰਾਂ ਉੱਤੇ ਨੱਚਣਾ ਸਿਖਾਇਆ ਪਿਤਾ ਬਾਜਾ ਵਾਲੇ ਨੇ। ਸਿੱਖੀ ਜਿਹੜੀ ਸਿੰਘ ਮੌਤ ਨੂੰ ਕਬੂਲਦੇ ਹੀ ਰਹਿਣਗੇ। ਖਾਲਸੇ ਦੇ ਝੰਡੇ ਸਦਾ ਰਹੇ ਝੂਲਦੇ ਤੇ ਝੂਲਦੇ ਹੀ ਰਹਿਣਗੇ। ਖਾਲਸੇ ਦੇ ਝੰਡੇ ਸਦਾ ਰਹੇ ਝੂਲਦੇ ਤੇ ਝੂਲਦੇ ਹੀ ਰਹਿਣਗੇ। ਕਮੇਟੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਥੇ ਹੀ ਹੋਲਾ ਮਹੱਲਾ ਦਾ ਜਿਹੜਾ ਪੁਰਬ ਮਨਾਇਆ ਗਿਆ। ਇੱਥੇ ਦੇ ਚੇਅਰਮੈਨ ਸਰਦਾਰ ਹਰਮੀਤ ਸਿੰਘ ਭੋਗਲ ਹੋਰੀ, ਜਿਵੇਂ ਆਪ ਦੇਖਦੇ ਹੋ ਕਿ ਜਿਹੜਾ ਇੰਤਜ਼ਾਮ ਕੀਤਾ ਹੈ, ਹਰ ਗੁਰਦੁਆਰੇ ਦਾ ਇੱਕ ਚੇਅਰਮੈਨ ਬਣਾਇਆ ਗਿਆ ਔਰ ਉਸ ਗੁਰਦੁਆਰੇ ਦਾ ਇੰਤਜ਼ਾਮ ਦੇਖਦਾ। ਔਰ ਜਿਸ ਤਰੀਕੇ ਨਾਲ ਤੁਸੀਂ ਇੱਥੇ ਚਹਿਲ ਪਹਿਲ ਦੇਖਦੇ ਹੋ ਕਿ ਇਹ ਗੁਰਦੁਆਰਾ ਥੋੜ੍ਹਾ ਦਿੱਲੀ ਤੋਂ ਹਟ ਕੇ ਹੁੰਦਾ ਕਰਕੇ ਇੱਥੇ ਟਰਾਂਸਪੋਰਟੇਸ਼ਨ ਦੀ ਪ੍ਰੋਬਲਮ ਹੋਣ ਕਰਕੇ ਇੱਥੇ ਤੁਸੀਂ ਬਾਹਰ ਦੇਖ ਰਹੇ ਹੋ ਕਿ ਫ੍ਰੀ ਰਿਕਸ਼ੇ ਵੀ ਲਾਏ ਗਏ ਨੇ ਤਾਂ ਕਿ ਲੋਕਾਂ ਨੂੰ ਅੰਦਰ ਆਉਣ 'ਚ ਦਿੱਕਤ ਨਾ ਹੋਵੇ। ਔਰ ਕਿਉਂਕਿ ਕੀਰਤਨੀਏ ਵੀ ਬਹੁਤ ਵੱਧ ਚੜ੍ਹ ਕੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਂਦੇ ਨੇ ਔਰ ਨਾਮੀ ਕੀਰਤਨੀਏ ਇੱਥੇ ਆਉਂਦੇ ਨੇ। ਔਰ ਦਿੱਲੀ ਦੇ ਵਿੱਚ ਇੱਕ ਉਤਸ਼ਾਹ ਹੁੰਦਾ ਕਿ ਕਿਉਂਕਿ ਜਿਹੜੇ ਅਨੰਦਪੁਰ ਸਾਹਿਬ ਨਹੀਂ ਜਾ ਸਕਦੇ ਉਹ ਇੱਥੇ ਦਿੱਲੀ ਆਪਣੇ ਵਿਲੱਖਣ ਰੂਪ ਦੇ ਵਿੱਚ ਆ ਕੇ ਹੋਲੇ ਮਹੱਲੇ ਦਾ ਪੂਰਾ ਮਨਾਉਂਦੇ ਹਨ। ਔਰ ਜਿਵੇਂ ਕਿ ਆਪ ਨੂੰ ਪਤਾ ਹੀ ਹੈ ਕਿ ਦਿੱਲੀ ਸੇ ਗੁਰਦੁਆਰਾ ਕਮੇਟੀ ਲਗਾਤਾਰ ਧਾਰਮਿਕ ਪ੍ਰੋਗਰਾਮ ਹਰ ਵੇਲੇ ਔਰ ਹਰ ਜਗ੍ਹਾ ਲੈ ਕੇ ਆ ਰਹੀ। ਔਰ ਬਹੁਤੇ ਪ੍ਰਾਤਮ ਜਿਹੜੇ ਕੀਰਤਨ ਦੇ ਪ੍ਰੋਗਰਾਮ ਸਨ, ਜਿਵੇਂ ਕਿ ਬਸੰਤ ਦੇ ਰਾਗ ਦੇ ਉੱਤੇ ਕੀਰਤਨ ਦਰਬਾਰ ਪਾਣੀ ਦਾ ਕਰਾਇਆ ਗਿਆ। ਹੁਣ ਆਉਣ ਵਾਲੇ ਸਮੇਂ ਦੇ ਵਿੱਚ 231 ਸਾਲ ਪਿਛਲੇ ਸਾਲ ਜਿਹੜਾ ਦਿੱਲੀ ਫਤਿਹ ਦਿਵਸ ਮਨਾਇਆ ਗਿਆ ਸੀ, ਉਹ ਇਸ ਸਾਲ ਵੀ 21-22 ਤਰੀਕ ਨੂੰ ਲਾਲ ਕਿਲ੍ਹੇ 'ਤੇ ਮਨਾਇਆ ਜਾ ਰਿਹਾ। ਇਹੋ ਜਿਹੇ ਕਈ ਪ੍ਰੋਗਰਾਮ ਨੇ ਜਿਹੜੇ ਕਿ ਇੱਕ ਇਤਿਹਾਸ ਵਿੱਚੋਂ ਦੁਬਾਰਾ ਤੋਂ ਸੁਰਜੀਤ ਕੀਤੇ ਗਏ ਨੇ। ਔਰ ਇੱਥੇ ਸੰਗਤ ਦਾ ਠਾਠਾ ਮਾਰਦਾ ਘੱਟ ਦੱਸਦਾ ਹੈ ਕਿ ਸੰਗਤ ਧਾਰਮਿਕ ਪ੍ਰੋਗਰਾਮਾਂ 'ਤੇ ਵੱਧ ਚੜ੍ਹ ਕੇ ਇਸ ਲਈ ਵੀ ਆ ਰਹੀ ਹੈ ਕਿਉਂਕਿ ਹੁਣ ਇੱਥੇ ਸਿਆਸੀ ਗੱਲਾਂ ਬੰਦ ਹੋ ਗਈਆਂ। ਸਾਡੀਆਂ ਸਟੇਜਾਂ 'ਤੇ ਸਿਰਫ ਧਰਮ ਦੀ ਗੱਲ ਹੁੰਦੀ ਹੈ। ਸਿਆਸਤ ਦੀ ਗੱਲ ਕਰਨ ਵਾਸਤੇ ਸਰਦਾਰ ਮਨਜੀਤ ਸਿੰਘ ਜੀਕੇ ਹੋਰਾਂ ਨੇ ਵੱਖਰੀਆਂ ਸਟੇਜਾਂ ਲਾਈਆਂ ਨੇ। ਸੋ ਮੈਨੂੰ ਲੱਗਦਾ ਕਿ ਸੰਗਤ ਦੇ ਵਿੱਚ ਬਹੁਤ ਉਤਸ਼ਾਹ ਹੈ ਕਿ ਗੁਰਦੁਆਰੇ ਵਿੱਚੋਂ ਸਿਆਸਤ ਬੰਦ ਹੋਈ ਹੈ, ਗੁਰਦੁਆਰੇ 'ਚ ਕਥਾ ਕੀਰਤਨ ਦੀ ਗੱਲ ਮੁੜ ਤੋਂ ਸੁਰਜੀਤ ਹੋਈ ਹੈ।
ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 2 ਸਾਲ ਪਹਿਲੇ ਹੋਂਦ ਵਿੱਚ ਆਈ ਸੀ। ਸਾਡਾ ਮੇਨ ਮਕਸਦ ਇਹ ਹੈਗਾ ਸੀ ਕਿ ਅਸੀਂ ਧਰਮ ਪ੍ਰਚਾਰ ਨੂੰ ਸਭ ਤੋਂ ਜ਼ਿਆਦਾ ਮਹੱਤਵ ਦਈਏ। ਉਹਦੇ 'ਚ ਦਿੱਲੀ ਗੁਰਦੁਆਰਾ ਕਮੇਟੀ ਨੇ ਰਾਣਾ ਜੀ ਨੂੰ ਇਹ ਸੇਵਾ ਸੌਂਪੀ ਸੀ। ਇਹ ਜੋ ਗੁਰਦੁਆਰਾ ਦਮਦਮਾ ਸਾਹਿਬ ਹੈ, ਅੱਜ ਤੋਂ 2 ਸਾਲ ਪਹਿਲਾਂ ਇੱਥੇ ਸੰਗਤ ਬਹੁਤ ਕਮ ਆਉਂਦੀ ਸੀ। ਲਗਾਤਾਰ ਇਹਦੀ ਸੁਰੰਧੀਕਰਨ ਕੀਤਾ ਗਿਆ, ਲਗਾਤਾਰ ਕੀਰਤਨ ਦਰਬਾਰ ਕੀਤੇ ਗਏ। ਅੱਜ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ ਹੈ।